ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅਹਿਮ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਲੋਕਰਾਣ ਤੇ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਡਾਕਟਰ ਸਾਹਿਬ, ਕਿਸਾਨੀ ਅੰਦੋਲਨ ਚੱਲਦਿਆਂ ਨੂੰ ਲੰਮਾ ਸਮਾਂ ਹੋ ਗਿਆ, 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਦਿੱਲੀ ਦੇ ਦਰਵਾਜ਼ਿਆਂ ਤੇ ਬੈਠਿਆਂ ਨੂੰ, ਕਿਸਾਨਾਂ ਨੂੰ। ਇਸ 1 ਸਾਲ ਦੇ ਸਮੇਂ ਦੌਰਾਨ ਕਈ ਪੜਾਵਾਂ ਦੇ ਵਿੱਚੋਂ ਲੰਘਿਆ ਕਿਸਾਨ ਅੰਦੋਲਨ। 26 ਜਨਵਰੀ ਦੀ ਜੋ ਘਟਨਾ ਸੀ, ਉਸ ਤੋਂ ਬਾਅਦ ਇੱਕ ਠਹਿਰਾਅ ਵੀ ਆਇਆ ਅੰਦੋਲਨ 'ਚ। ਉਸ ਤੋਂ ਬਾਅਦ ਮੁੜ ਅੰਦੋਲਨ ਆਪਣੇ ਪੈਰਾਂ ਸਿਰ ਹੋ ਗਿਆ ਤੇ ਕਿਸਾਨੀ ਅੰਦੋਲਨ ਦੇ ਨਾਲ ਜੁੜ ਕੇ ਕਈ ਅਹਿਮ ਘਟਨਾਵਾਂ ਵਾਪਰੀਆਂ। ਲਗਾਤਾਰ ਬੀਜੇਪੀ ਦੀ ਕੇਂਦਰ ਸਰਕਾਰ ਤੇ ਬੀਜੇਪੀ ਦੀ ਪੰਜਾਬ ਦੀ ਜੋ ਇਕਾਈ ਹੈ, ਇਹ ਬੀਜੇਪੀ ਦੀ ਇਕਾਈ ਲਗਾਤਾਰ ਕਹਿੰਦੇ ਰਹੇ ਸੀ ਕਿ ਇਹ ਤਾਂ ਜੀ ਮਾਓਵਾਦੀਆਂ ਦਾ ਅੰਦੋਲਨ ਹੈ, ਇਹ ਤਾਂ ਅੰਦੋਲਨ ਜੀ ਖਾਲਿਸਤਾਨੀਆਂ ਨੇ ਘੁਸਪੈਠ ਕਰ ਲਈ ਇਸ ਅੰਦੋਲਨ ਦੇ ਵਿੱਚ। ਪਾਕਿਸਤਾਨ ਤੋਂ ਸਪੋਰਟ ਹੈ ਇਸ ਅੰਦੋਲਨ ਨੂੰ। ਉਹਨਾਂ ਨੇ ਲੱਖ ਬਿਆਨਬਾਜ਼ੀ ਕੀਤੀ, ਲੱਖ ਇਲਜ਼ਾਮ ਲਾਏ। ਉਸ ਤੋਂ ਬਾਅਦ ਬਾਬਾ ਰਾਮ ਸਿੰਘ ਜੋ ਖੁਦਕੁਸ਼ੀ ਕਰ ਗਏ ਸੀ ਉਸ ਮੋਰਚੇ ਦੇ ਵਿੱਚ। ਉਸ ਤੋਂ ਬਾਅਦ ਫਿਰ ਇੱਕ ਖੁਦਕੁਸ਼ੀ ਹੋਈ ਸੀ। ਲੱਗਦਾ ਸੀ ਕਿ ਕਿਤੇ ਖੁਦਕੁਸ਼ੀਆਂ ਦੀ ਲਹਿਰ ਹੀ ਨਾ ਚੱਲ ਪਵੇ ਉਸ ਮੋਰਚੇ ਦੇ ਵਿੱਚ। ਤੇ ਉਸ ਤੋਂ ਬਾਅਦ ਸਭ ਤੋਂ ਜੋ ਵੱਡੀ ਘਟਨਾ ਵਾਪਰਦੀ ਹੈ, ਉਹ ਘਟਨਾ ਵਾਪਰਦੀ ਹੈ ਲਖੀਮਪੁਰ ਘਟਨਾ। ਤੇ ਉਸ ਤੋਂ ਬਾਅਦ ਜੋ ਕੱਲ ਸਵੇਰੇ ਤੜਕੇ ਖਬਰ ਨਿਕਲ ਕੇ ਆਉਂਦੀ ਹੈ ਸਵੇਰੇ ਕਿ ਉੱਥੇ ਨਿਹੰਗਾਂ ਵੱਲੋਂ ਇੱਕ ਵਿਅਕਤੀ ਦਾ ਸੋਧਾ ਲਾਇਆ ਗਿਆ। ਜਿਵੇਂ ਨਿਹੰਗ ਕਹਿੰਦੇ ਨੇ ਕਿ ਅਸੀਂ ਸੋਧਾ ਲਾਇਆ, ਉਹਨਾਂ ਦੀ ਬੋਲਬਾਣੀ ਦੇ ਜੋ ਭਾਸ਼ਾ ਦੇ ਮਿਆਰ ਅਨੁਸਾਰ, ਕਿ ਇੱਕ ਵਿਅਕਤੀ ਦਾ ਅਸੀਂ ਸੋਧਾ ਲਾਇਆ ਕਿਉਂਕਿ ਇਹ ਵਿਅਕਤੀ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਲੱਤ ਵੱਢੀ ਗਈ, ਉਸ ਦੀ ਬਾਂਹ ਵੱਢੀ ਗਈ। ਉਸ ਤੋਂ ਬਾਅਦ ਜੇ ਪੁਲਿਸ ਨੇ ਬੈਰੀਗੇਟ ਲਾਏ ਹੋਏ ਸੀ, ਉਸ ਬੈਰੀਗੇਟ ਤੇ ਉਸ ਦੀ ਲਾਸ਼ ਟੰਗ ਦਿੱਤੀ ਗਈ। ਜੇਕਰ ਇਸ ਮਸਲੇ ਦੇ ਆਪਾਂ ਥੋੜਾ ਜਿਹਾ ਪਿੱਛੇ ਝਾਤ ਮਾਰੀਏ ਕਿ ਇਸ ਮਸਲੇ ਦੇ ਪਿੱਛੇ ਕੀ ਹੈ, ਕੀ ਕੋਈ ਸਾਜ਼ਿਸ਼ ਹੈ, ਕੀ ਸਰਕਾਰਾਂ ਦੀ ਪਲੈਨਿੰਗ ਹੈ। ਜਦੋਂ ਕਿ ਉਹ ਬੰਦਾ ਤਰਨਤਾਰਨ ਦੇ ਇੱਕ ਚੀਮਾ ਖੁਰਦ ਪਿੰਡ ਨਾਲ ਸੰਬੰਧਿਤ ਦੱਸਿਆ ਜਾਂਦਾ, ਮਜ਼ਦੂਰ ਪਰਿਵਾਰ ਚੋਂ ਦੱਸਿਆ ਜਾਂਦਾ, ਕਿਹਾ ਜਾਂਦਾ ਕਿ ਉਹਦੀ ਘਰਵਾਲੀ ਉਸ ਤੋਂ ਅਲੱਗ ਰਹਿੰਦੀ ਹੈ ਤੇ ਇੱਕ ਜਥੇ ਦੇ ਨਾਲ ਉਹ ਸਿੰਘੂ ਬਾਰਡਰ ਗਿਆ ਸੀ। ਤਾਂ ਫਿਰ ਅਸੀਂ ਸਮਝੀਏ ਕੀ, ਆਖਰ ਉਸਨੇ ਬੇਅਦਬੀ ਕੀਤੀ ਕਿਉਂ? ਕੀ ਕੋਈ ਵੱਡੀ ਸਾਜ਼ਿਸ਼ਾਂ ਨੇ ਕਿ ਅੰਦੋਲਨ ਨੂੰ ਫੇਲ ਕਰਦੀਆਂ ਸਾਜ਼ਿਸ਼ਾਂ ਨੇ? ਕਿਉਂ ਡਾਕਟਰ ਸਾਹਿਬ, ਕੀ ਲੱਗਦਾ ਤੁਹਾਨੂੰ? ਪੰਗੂ ਸਾਹਿਬ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਅਜੇ ਕੋਈ ਵੀ ਇਨਕੁਆਇਰੀ ਹਜੇ ਨਹੀਂ ਹੋਈ ਔਰ ਅਸੀਂ ਪਹਿਲੀ ਨਤੀਜੇ ਤੇ ਪਹੁੰਚ ਜਾਈਏ, ਇਹ ਬਹੁਤ ਪਹਿਲੀ ਗੱਲ ਹੋਏਗੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਹਜੇ ਇਨਕੁਆਇਰੀਆਂ ਹੋਣਗੀਆਂ, ਹਜੇ ਵੱਖ-ਵੱਖ ਐਂਗਲਾਂ ਤੋਂ ਜਿਹੜਾ ਹੈਗਾ ਇਸ ਮੁੱਦੇ ਨੂੰ ਸਮਝਿਆ ਜਾਏਗਾ। ਔਰ ਜਿੱਥੋਂ ਤੱਕ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਹੈ, ਆਪਾਂ ਸਮਝਦੇ ਹਾਂ ਕਿ ਕਿਉਂਕਿ ਅੰਦੋਲਨ ਕੋਈ ਇੱਕ ਨੈਸ਼ਨਲ ਲੈਵਲ ਦਾ ਅੰਦੋਲਨ ਹੋ ਕੇ ਇਹਨੂੰ ਇੱਕ ਇੰਟਰਨੈਸ਼ਨਲ ਦਾ ਅੰਦੋਲਨ ਵੀ ਆਪਾਂ ਕਹਿ ਸਕਦੇ ਹਾਂ, ਅੰਤਰਰਾਸ਼ਟਰੀ ਅੰਦੋਲਨ ਕਹਿ ਸਕਦੇ ਹਾਂ। ਔਰ ਇਸ ਅੰਦੋਲਨ ਨੂੰ ਆਪਾਂ ਕਿਸੇ ਇੱਕ ਸਟੇਟ ਦੀ, ਜਿਵੇਂ ਤੁਸੀਂ ਕਿਹਾ ਕਿ ਇਕੱਲੇ ਪੰਜਾਬ ਦਾ ਨਹੀਂ ਕਹਿ ਸਕਦੇ ਜਾਂ ਇਕੱਲੇ ਨਾਰਦਰਨ ਇੰਡੀਆ ਦਾ ਨਹੀਂ ਕਹਿ, ਉੱਤਰੀ ਭਾਰਤ ਦਾ ਨਹੀਂ ਕਹਿ ਸਕਦੇ। ਪੂਰੇ ਭਾਰਤ ਦੇ ਜਿਹੜੇ ਨੇ ਵੱਖ-ਵੱਖ ਸਟੇਟਾਂ ਤੋਂ ਲੋਕ ਆਉਂਦੇ ਨੇ ਇਸ ਦੇ ਵਿੱਚ। ਔਰ ਇਸੇ ਤਰ੍ਹਾਂ ਕਿਸੇ ਇੱਕ ਧਰਮ ਦਾ ਨਹੀਂ ਕਹਿ ਸਕਦੇ ਕਿ ਸਿਰਫ ਸਿੱਖਾਂ ਦੇ ਲੋਕ ਹੀ ਇਹਦੇ, ਸਿੱਖ ਜਿਹੜੇ ਨੇ ਇੱਥੇ ਸ਼ਾਮਲ ਹੁੰਦੇ ਨੇ, ਜਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਾਤ ਦੇ ਲੋਕ ਜਿਹਨੇ ਨੇ, ਜਾਂ ਇਹਦੇ ਵਿੱਚ ਇਕੱਲੇ ਜਾਟੀ ਸ਼ਾਮਲ ਹੁੰਦੇ ਨੇ, ਜਾਂ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਇੱਕ ਵਰਗ ਦੇ ਲੋਕ, ਕਿ ਅਮੀਰ ਜਾਂ ਗਰੀਬ ਜਿਹੜੇ ਨੇ ਉਹੀ ਸ਼ਾਮਲ ਹੁੰਦੇ ਨੇ। ਯਾਨੀ ਕਹਿਣ ਦਾ ਮੇਰਾ ਦੱਸਣ ਦਾ ਮਤਲਬ ਇਹੀ ਹੈ ਕਿ ਇਹ ਮੋਰਚਾ ਇੱਕ ਐਸਾ ਮੋਰਚਾ ਬਣ ਚੁੱਕਿਆ ਹੈ ਜਿਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਔਰ ਅਮੀਰ ਗਰੀਬ, ਇਕੱਲੇ ਆਪਾਂ ਕਹਿ ਰਹੇ ਹਾਂ ਕਿ ਜੱਟ ਜਾਂ ਦੂਸਰੀਆਂ ਜਿਹੜੀਆਂ ਜਾਤਾਂ, ਹਰ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ, ਹਰ ਵਰਗਾਂ ਦੇ ਲੋਕ, ਹਰ ਧਰਮਾਂ ਦੇ ਲੋਕ, ਹਰ ਭਾਸ਼ਾਵਾਂ ਦੇ, ਵੱਖ-ਵੱਖ ਭਾਸ਼ਾਵਾਂ ਦੇ ਲੋਕ ਜਿਹੜੇ ਨੇ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਨੇ। ਸੋ ਇਸ ਕਰਕੇ ਆਪਾਂ ਇਸ ਅੰਦੋਲਨ ਨੂੰ ਇਹ ਨਹੀਂ ਕਹਿ ਸਕਦੇ ਕਿ ਇੱਕੋ ਹੀ ਤਰ੍ਹਾਂ ਦੇ ਲੋਕ ਜਿਹੜੇ ਨੇ ਇਸ ਦੇ ਵਿੱਚ ਹੈਗੇ ਨੇ। ਸੋ ਇਸ ਕਰਕੇ ਜਿਹੜੀ ਇਹ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਵੀ ਬਹੁਤ ਸਾਰੇ ਐਂਗਲਾਂ ਤੋਂ ਦੇਖਣ ਦੀ ਲੋੜ ਹੈ। ਇਹ ਕੀ ਇਹਦੇ ਪਿੱਛੇ ਵੱਖ-ਵੱਖ ਏਜੰਸੀਆਂ ਦੀਆਂ ਕੋਈ ਸਾਜ਼ਿਸ਼ਾਂ ਤਾਂ ਨਹੀਂ ਹੈਗੀਆਂ? ਇਹਦੇ ਬਾਰੇ ਸਮਝਣ ਦੀ ਲੋੜ ਹੈ ਕਿ ਉਹ ਜਿਹੜਾ ਬੰਦਾ ਆਉਂਦਾ ਹੈ ਕਿ ਉਹ ਬੰਦਾ ਕਿੱਥੋਂ ਆਉਂਦਾ ਹੈ, ਜਾਂ ਉਹਦਾ ਕੋਈ ਏਜੰਸੀਆਂ ਦੇ ਨਾਲ ਸੰਬੰਧ ਤਾਂ ਨਹੀਂ ਹੈ। ਸੌਰੀ, ਇਹਦੇ ਬਾਰੇ ਵੀ ਸਾਨੂੰ ਸਮਝਣਾ ਪਏਗਾ। ਸੋ ਕਹਿਣ ਦਾ ਮਤਲਬ ਹੈ ਕਿ ਇਹਨੂੰ ਬਹੁਤ ਐਂਗਲਾਂ ਤੋਂ ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਇੱਦਾਂ ਦੀ ਘਟਨਾ, ਜਿਵੇਂ ਤੁਸੀਂ ਵੀ ਇਸ਼ਾਰਾ ਕੀਤਾ ਹੈ, ਤੁਸੀਂ ਵੀ ਦੱਸਿਆ ਹੈ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਲਗਭਗ ਸਾਲ ਤੋਂ ਉੱਪਰ ਹੋ ਚੁੱਕਿਆ ਹੈ ਇਸ ਅੰਦੋਲਨ ਨੂੰ ਸ਼ੁਰੂ ਹੋਇਆ।
ਇਸ ਅੰਦੋਲਨ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਔਰ ਇਸ ਤੋਂ ਵੀ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ, ਚਾਹੇ ਉਹ ਅੱਗਾਂ ਲਾਉਣ ਦੀ ਗੱਲ ਆਈ ਹੋਵੇ ਕਿਸੇ ਵੇਲੇ। ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਝੌਂਪੜੀਆਂ ਸੀਗੀਆਂ ਇੱਥੇ ਬਣਾਈਆਂ ਗਈਆਂ ਸਾਡੇ ਕਿਸਾਨਾਂ ਦੇ ਰਾਹੀਂ, ਉਹਨਾਂ ਨੂੰ ਅੱਗਾਂ ਵੀ ਲਗਾਈਆਂ ਗਈਆਂ, ਉੱਥੇ ਕੁੱਟਮਾਰ ਵੀ ਹੋਈ ਹੈ, ਔਰ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਤੁਸੀਂ ਕਿਹਾ ਕਿ ਖੁਦਕੁਸ਼ੀਆਂ ਦਾ ਮਸਲਾ ਜਿਹੜਾ ਹੈਗਾ ਸੀਗਾ ਕਿਸੇ ਵੇਲੇ ਉਹ ਵੀ ਖੜਾ ਹੋ ਗਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਐਂਗਲਾਂ ਤੋਂ ਇਸ ਘਟਨਾ ਨੂੰ ਦੇਖਣ ਦੀ ਲੋੜ ਹੈ। ਹਾਂ, ਜਿੱਥੋਂ ਤੱਕ ਇਸ ਅੰਦੋਲਨ ਦੀ ਆਪਾਂ ਕਹਿੰਦੇ ਆ ਵੀ ਚੰਗੀ ਗੱਲ ਕੀ ਹੈ, ਉਹ ਇਹੀ ਹੈ ਕਿ ਇਸ ਅੰਦੋਲਨ ਨੂੰ ਹੁਣ ਤੱਕ ਜਿਹੜਾ ਹੈਗਾ ਸ਼ਾਂਤਮਈ ਤਰੀਕੇ ਦੇ ਨਾਲ ਰੱਖਿਆ ਗਿਆ, ਔਰ ਅੱਗੇ ਵੀ ਜੇਕਰ ਇਹ ਅੰਦੋਲਨ ਵਧੇਗਾ ਤਾਂ ਲਾਜ਼ਮੀ ਤੌਰ ਤੇ ਸ਼ਾਂਤਮਈ ਤਰੀਕੇ ਦੇ ਨਾਲ ਇਹਨੂੰ ਹੋਣਾ ਪਏਗਾ, ਔਰ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਸੰਘਰਸ਼ ਜਿਹੜਾ ਹੈਗਾ ਅੱਗੇ ਲਿਜਾਣਾ ਪਏਗਾ। ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵੀ, ਚਾਹੇ ਉਹ ਕੋਈ ਵੀ ਜਥੇਬੰਦੀ ਕਰਦੀ ਹੈ, ਉਹਨੂੰ ਜਿਹੜਾ ਹੈਗਾ ਇਗਨੋਰ ਕਰਨਾ ਚਾਹੀਦਾ ਹੈ, ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ, ਤਾਂ ਕਿ ਇਹ ਅੰਦੋਲਨ ਸ਼ਾਂਤਮਈ ਤਰੀਕੇ ਦੇ ਨਾਲ ਇੱਕੋ ਇੱਕ ਗੱਲ ਦੇ ਉੱਤੇ ਫੋਕਸ, ਮਤਲਬ 3 ਖੇਤੀ ਜੇ ਕਾਲੇ ਕਾਨੂੰਨ ਜਿਹੜੇ ਨੇ ਉਸ ਨੂੰ ਵਾਪਸ ਕਰਾਉਣ ਤੇ ਲੱਗੇ, ਨਾ ਕਿ ਜਿਹੜਾ ਲੋਕਾਂ ਦਾ ਧਿਆਨ ਭਟਕਾ ਕੇ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਹਾਂ, ਬਹੁਤ ਸਾਰੀਆਂ ਏਜੰਸੀਆਂ, ਜਿਵੇਂ ਤੁਸੀਂ 26 ਜਨਵਰੀ ਦਾ ਜ਼ਿਕਰ ਕੀਤਾ ਹੈ, 26 ਜਨਵਰੀ ਤੋਂ ਲੈ ਕੇ ਅੱਜ ਤੱਕ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਕਿ ਇਹਦਾ ਧਿਆਨ ਇੱਧਰ ਉੱਧਰ ਭਟਕਾਇਆ ਜਾਵੇ, ਇੱਧਰ ਉੱਧਰਲੇ ਮਸਲਿਆਂ ਤੇ ਲਾਇਆ ਜਾਵੇ, ਔਰ ਖਾਸ ਤੌਰ ਤੇ ਧਾਰਮਿਕ ਮਸਲਿਆਂ ਦੇ ਉੱਤੇ ਭੜਕਾਉਣ ਦੀ ਬਹੁਤ ਕੋਸ਼ਿਸ਼ ਰਹਿੰਦੀ ਹੈ। ਸੋ ਇਸ ਕਰਕੇ ਇਦਾਂ ਦੇ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ, ਔਰ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਹੈਗਾ ਇਕਜੁੱਟਤਾ ਦੇ ਨਾਲ ਇਦਾਂ ਦੀਆਂ ਘਟਨਾਵਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਔਰ ਜੇਕਰ ਇਦਾਂ ਦੀ ਕੋਈ ਵੀ ਜਥੇਬੰਦੀ ਨੂੰ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਕੋਈ ਆਗਿਆ ਨਹੀਂ ਮਿਲਣੀ ਚਾਹੀਦੀ, ਕਿਉਂਕਿ ਕਾਨੂੰਨ ਦੇ ਅਨੁਸਾਰ ਹੀ ਜਿਹੜਾ ਹੈਗਾ ਉਹ ਨਿਆਂ ਮਿਲਣਾ ਚਾਹੀਦਾ। ਭੰਗੂ ਸਾਹਿਬ, ਡਾਕਟਰ ਸਾਹਿਬ, ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਦਿੱਲੀ ਦੇ, ਜਦੋਂ ਬਾਰਡਰਾਂ ਤੇ ਜਾ ਕੇ ਕਿਸਾਨ ਬੈਠੇ ਸੀ, ਜਦੋਂ ਕਿਸਾਨ ਜੀ ਅੰਦੋਲਨ ਉਦੋਂ ਸ਼ੁਰੂ ਦਾ ਪੜਾਅ ਸੀ, ਉਹ ਰੂਹ ਖੁਸ਼ ਹੁੰਦੀ ਸੀ, ਅੱਜ ਵੀ ਹੁੰਦੀ ਹੈ ਕਿਸਾਨੀ ਅੰਦੋਲਨ ਨੂੰ ਦੇਖ ਕੇ। ਪਰ ਜਦੋਂ ਇਹੋ ਜਿਹੀਆਂ ਅਹਿਮ ਘਟਨਾਵਾਂ ਵਾਪਰਦੀਆਂ ਨੇ, ਜੋ ਜੀ ਘਟਨਾ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ, ਕਿਹਾ ਜਾ ਰਿਹਾ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਣੀ ਪੀਸੀ ਕੀਤੀ, ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦਾ ਵੀ ਕਹਿਣਾ ਕਿ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਹ ਪ੍ਰੈਸ ਕਾਨਫਰੰਸ ਤੁਸੀਂ ਵੀ ਸੁਣੀ ਹੈ। ਕੀ ਲੱਗਦਾ ਕਿ ਕੋਈ ਵੱਡੀ ਸਾਜ਼ਿਸ਼ਾਂ ਨੇ, ਕੀ ਕੋਈ ਵੱਡੀ ਪਲੈਨਿੰਗਾਂ ਨੇ ਇਸ ਕਿਸਾਨ ਮੋਰਚੇ ਨੂੰ ਫੇਲ ਕਰਨ ਦੇ ਲਈ? ਕਿਉਂਕਿ ਦੇਖੋ, ਹਕੂਮਤਾਂ ਹੁੰਦੀਆਂ ਡਾਕਟਰ ਸਾਹਿਬ ਜਿਹੜੀਆਂ, ਉਹ ਸਮੇਂ-ਸਮੇਂ ਤੇ ਆਪਣੇ ਹੱਥ ਕੰਡੇ ਵਰਤਦੀਆਂ ਹੁੰਦੀਆਂ। ਅਸੀਂ ਜ਼ਰੂਰ ਜੋ ਰਾਜ ਕਰ ਚੁੱਕੀਆਂ ਹਕੂਮਤਾਂ, ਉਹਨਾਂ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਦੇ ਵਿੱਚੋਂ ਨਿਕਲ ਕੇ ਆਉਂਦਾ ਕਿ ਕਿਵੇਂ ਹਕੂਮਤਾਂ ਅੰਦੋਲਨਾਂ ਨੂੰ ਫੇਲ ਕਰਦੀਆਂ ਹੁੰਦੀਆਂ। ਜੋ ਜੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਕਿਸਾਨੀ ਅੰਦੋਲਨ ਦੇ ਵਿੱਚ, ਜੋ ਇਹੀਆਂ ਦੁਖਦਾਇਕ ਘਟਨਾਵਾਂ ਵਾਪਰ ਰਹੀਆਂ ਨੇ, ਕੀ ਸਮਝ ਸਕਦੇ ਹਾਂ ਕਿਤੇ ਨਾ ਕਿਤੇ ਹਕੂਮਤਾਂ ਦੀ ਇਹਨਾਂ ਦੇ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ? ਬਿਲਕੁਲ, ਜਦੋਂ ਤੁਸੀਂ ਪਿਛਲਾ ਇਤਿਹਾਸ ਦੇਖਦੇ ਹੋ ਹਕੂਮਤਾਂ ਦਾ ਹੁਣ ਤੱਕ ਦਾ, ਉਹਦਾ ਹਕੂਮਤਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਦਾਂ ਦੀਆਂ ਘਟਨਾਵਾਂ ਉਹ ਜਾਣ ਬੁੱਝ ਕੇ ਕਰਦੀਆਂ ਨੇ, ਔਰ ਇਦਾਂ ਦੇ ਸੰਘਰਸ਼ਾਂ ਨੂੰ ਤਾਰ-ਪੀੜੋ ਕਰਨ ਦੀ ਪੂਰੀ ਕੋਸ਼ਿਸ਼ ਕਰਦੀਆਂ ਨੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲਖਮੀਰਪੁਰ ਵਾਲੀ ਜਿਹੜੀ ਘਟਨਾ ਵਾਪਰੀ ਹੈ, ਉੱਥੋਂ ਤੁਸੀਂ ਅੰਦਾਜ਼ਾ ਲਾ ਰਹੇ ਹੋ ਕਿ ਉੱਥੋਂ ਦੇ ਜਿਹੜੇ ਮੰਤਰੀ ਨੇ, ਉਹ ਕਿਸ ਕਿਸਮ ਦੀਆਂ ਉਹਨਾਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ, ਔਰ ਕਿਸ ਕਿਸਮ ਦੀ ਗੁੰਡਾਗਰਦੀ ਜਿਹੜੀ ਹੈਗੀ ਆ ਉਹ ਉੱਥੇ ਮਚਾਉਣਾ ਚਾਹੁੰਦੇ ਸੀਗੇ, ਕਿਸ ਕਿਸਮ ਦੇ ਨਾਲ ਕਿਸਾਨਾਂ ਨੂੰ ਡਰਾ ਕੇ ਧਮਕਾ ਕੇ ਉਹ ਇਸ ਅੰਦੋਲਨ ਨੂੰ ਤਾਰ-ਪੀੜੋ ਜਾਂ ਖਤਮ ਕਰਨਾ ਚਾਹੁੰਦੇ ਸੀਗੇ। ਔਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਨਾਲ ਦੀ ਨਾਲ ਖੱਟਰ ਸਾਹਿਬ ਦੀ ਵੀਡੀਓ ਵੀ ਆਪਾਂ ਨੂੰ ਯਾਦ ਹੈ, ਜਦੋਂ ਉਹ ਕਹਿੰਦੇ ਨੇ ਕਿ ਲਾਠੀਆਂ ਚੱਕ ਲਓ ਔਰ ਅਦਲੇ ਦਾ ਬਦਲਾ ਤੁਸੀਂ ਲਓ, ਔਰ ਜੇਲ੍ਹਾਂ 'ਚ ਜਾਓ, ਜ਼ਮਾਨਤਾਂ ਕਰਾ ਕੇ ਆਓ, ਵੱਡੇ ਲੀਡਰ ਬਣੋਗੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਦੋਂ ਤੁਹਾਡੀ ਸਰਕਾਰ ਦੇ ਆਪਣੇ ਨੁਮਾਇੰਦੇ ਹੀ ਇਹ ਗੱਲਾਂ ਕਰਦੇ ਨਜ਼ਰ ਆਉਣ ਕਿ ਅਸੀਂ ਹਰ ਹਾਲਤ ਦੇ ਵਿੱਚ ਇਸ ਸੰਘਰਸ਼ ਨੂੰ ਖਤਮ ਕਰਨਾ ਹੈ, ਚਾਹੇ ਮਾਰ ਕੇ ਕਰੀਏ, ਚਾਹੇ ਡਰਾ ਕੇ ਕਰੀਏ, ਚਾਹੇ ਧਮਕਾ ਕੇ ਕਰੀਏ, ਯਾਨੀ ਕਿ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦੇ ਤਰੀਕੇ ਅਪਣਾ ਕੇ ਅਸੀਂ ਇਸ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੇ ਹਾਂ, ਤਾਂ ਉੱਥੋਂ ਇਦਾਂ ਦੀਆਂ ਸੰਭਾਵਨਾਵਾਂ ਆਉਂਦੀਆਂ ਨੇ ਕਿ ਇਦਾਂ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਕੱਲ ਵਾਲੀਆਂ, ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਸ਼ੱਕ ਜਿਹੜਾ ਹੈਗਾ ਜਾਂਦਾ ਹੈ ਸਰਕਾਰਾਂ ਦੇ ਉੱਤੇ। ਔਰ ਆਪਾਂ ਕਹਿ ਸਕਦੇ ਹਾਂ ਕਿ ਸਾਡੀਆਂ ਜਿਹੜੀਆਂ ਕੇਂਦਰ ਸਰਕਾਰ ਹੈ ਜਾਂ ਜਿੱਥੇ-ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਉਹਨਾਂ ਦੀ ਇਸ ਵੇਲੇ ਇਹੀ ਇੱਛਾ ਹੈ ਕਿ ਇਸ ਅੰਦੋਲਨ ਨੂੰ ਹਰ ਤਰ੍ਹਾਂ ਦੇ ਨਾਲ ਖਤਮ ਕਰਕੇ
ਜਿਹੜਾ ਹੈਗਾ ਲੋਕਾਂ ਨੂੰ ਘਰ ਭੇਜਿਆ ਜਾਏ ਔਰ ਕਿਸਾਨਾਂ ਨੂੰ ਜਿਹੜਾ ਹੈਗਾ ਵਾਪਸ ਭੇਜਿਆ ਜਾਏ ਔਰ ਇਹ 3 ਕਾਲੇ ਕਾਨੂੰਨ ਜਿਹੜੇ ਨੇ ਉਹ ਲਾਗੂ ਕੀਤੇ ਜਾਣ। ਸੋ ਇਹੀ ਗੱਲਾਂ ਆਪਣੇ ਸਾਹਮਣੇ ਆ ਰਹੀਆਂ ਨੇ। ਸੋ ਇਸ ਕਰਕੇ ਇਸ ਘਟਨਾ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਇਹਦੀ ਤਫਤੀਸ਼ ਹੋਏਗੀ, ਜਦੋਂ ਇਹਦੀ ਤਹਿਕੀਕਾਤ ਹੋਏਗੀ ਇਸ ਘਟਨਾ ਦੀ ਡੂੰਘਾਈ ਦੇ ਵਿੱਚ, ਤਾਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਾਹਮਣੇ ਆ ਸਕਦੀਆਂ ਨੇ। ਸੋ ਫਿਲਹਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿੰਨੀ ਦੇਰ ਇਸ ਦੀ ਤਫਤੀਸ਼ ਨਹੀਂ ਹੁੰਦੀ, ਜਿੰਨੀ ਦੇਰ ਸੱਚਾਈ ਸਾਹਮਣੇ ਨਹੀਂ ਆਉਂਦੀ, ਆਪਾਂ ਇੰਨੀ ਛੇਤੀ ਨਹੀਂ ਹੁੰਦਾ ਕਿ ਕੋਈ ਘਟਨਾ ਵਾਪਰ ਗਈ ਤੇ ਉਹ ਅਗਲੇ ਦਿਨ ਹੀ ਉਹਦਾ ਨਤੀਜਾ ਜਿਹੜਾ ਹੈਗਾ ਸਾਹਮਣੇ ਆ ਜਾਏਗਾ। ਹੌਲੀ ਹੌਲੀ ਜਦੋਂ ਘੋਖ ਹੁੰਦੀ ਹੈ, ਜਦੋਂ ਵੱਖ-ਵੱਖ ਐਂਗਲਾਂ ਤੋਂ ਸਾਰੀਆਂ ਚੀਜ਼ਾਂ ਸਮਝੀਆਂ ਜਾਂਦੀਆਂ ਨੇ ਔਰ ਸੱਚਾਈਆਂ ਫੁਟੇਜ ਸਾਹਮਣੇ ਆਉਣਗੇ ਅਗਲੇ ਦਿਨਾਂ ਦੇ ਵਿੱਚ, ਤਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਨਵੇਂ ਐਂਗਲਾਂ ਤੋਂ ਸਮਝਣ ਦੀ ਲੋੜ ਪਏਗੀ। ਹਾਂ, ਜਿੱਥੋਂ ਤੱਕ ਇਹ ਘਟਨਾ ਦੀ ਵਾਪਰ ਦੀ ਸੰਬੰਧ ਹੈ, ਇਸ ਦੀ ਨਿੰਦਾ ਹੋਣੀ ਚਾਹੀਦੀ ਹੈ ਔਰ ਕੋਈ ਕਿਸੇ ਨੂੰ ਵੀ, ਚਾਹੇ ਕੋਈ ਵੀ ਕੋਈ ਚਾਹੇ ਰਾਸ਼ਟਰਪਤੀ ਹੈ, ਚਾਹੇ ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਮੰਤਰੀ ਹੈ, ਚਾਹੇ ਕਿਸੇ ਵੀ ਜਥੇਬੰਦੀ ਦਾ ਨੁਮਾਇੰਦਾ ਹੈ, ਉਸ ਨੂੰ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਜਿਹੜੀ ਹੈਗੀ ਹੈ ਉਹ ਆਗਿਆ ਨਹੀਂ ਹੋਣੀ ਚਾਹੀਦੀ। ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਸੰਘਰਸ਼ ਹੁਣ ਤੱਕ ਲੜਿਆ ਗਿਆ ਹੈ ਔਰ ਅੱਗੇ ਵੀ ਲੜਿਆ ਜਾਣਾ ਚਾਹੀਦਾ ਹੈ। ਸੋ ਇਦਾਂ ਦੀਆਂ ਘਟਨਾਵਾਂ ਦੀ ਸਾਨੂੰ ਨਿੰਦਾ ਕਰਨੀ ਚਾਹੀਦੀ ਹੈ ਔਰ ਜਿਹਦਾ ਵੀ ਕੋਈ ਦੋਸ਼ ਹੈ ਉਹ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਸਜ਼ਾ ਜਿਹੜੀ ਹੈਗੀ ਹੈ ਜ਼ਰੂਰ ਮਿਲਣੀ ਚਾਹੀਦੀ ਹੈ। ਚਾਹੇ ਉਹਨੇ ਬੇਅਦਬੀ ਕੀਤੀ ਹੈ ਤਾਂ ਉਹਨੂੰ ਉਸ ਬੇਅਦਬੀ ਦਾ ਜੋ ਕਾਨੂੰਨਨ ਤੌਰ ਤੇ ਉਹਦੀ ਸਜ਼ਾ ਬਣਦੀ ਹੈ ਉਹ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਜੇਕਰ ਉਹਦੀ ਕਿਸੇ ਦੀ ਹੱਤਿਆ ਕੀਤੀ ਗਈ ਹੈ ਤਾਂ ਉਸ ਨੂੰ ਜਿਹੜਾ ਹੈਗਾ ਕਾਨੂੰਨ ਦੇ ਹਿਸਾਬ ਨਾਲ ਉਹਦੀ ਜਿਹੜੀ ਹੈਗੀ ਹੈ ਉਹਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਬਿਨਾਹ ਦੇ ਉੱਤੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਸਰਕਾਰਾਂ ਰਚਦੀਆਂ ਰਹੀਆਂ ਨੇ ਉਹ ਰਚਣ ਨਹੀਂ ਦੇਣੀਆਂ ਚਾਹੀਦੀਆਂ। ਉਹਦੇ ਲਈ ਸਾਨੂੰ ਜਿਹੜਾ ਹੈਗਾ ਇੱਥੇ ਮਾਹੌਲ ਜਿੰਨੀ ਦੇਰ ਸਾਜ਼ਗਾਰ ਨਹੀਂ ਹੋਏਗਾ, ਜਿੰਨੀ ਦੇਰ ਚੰਗਾ ਮਾਹੌਲ ਇਹਨਾਂ ਮੋਰਚਿਆਂ ਦੇ ਉੱਤੇ ਨਹੀਂ ਬਣਾ ਕੇ ਰੱਖਾਂਗੇ, ਸ਼ਾਂਤਮਈ ਮਾਹੌਲ ਨਹੀਂ ਬਣਾ ਕੇ ਰੱਖਾਂਗੇ, ਉਨੀ ਦੇਰ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਪਿੰਡਾਂ ਚੋਂ ਜਾਂ ਆਮ ਲੋਕ ਸ਼ਹਿਰਾਂ ਚੋਂ, ਕਸਬਿਆਂ ਚੋਂ ਜਿਹੜੇ ਲੋਕ ਨੇ ਉਹ ਉਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਸੋ ਇਸ ਕਰਕੇ ਸਾਨੂੰ ਪਹਿਲੀ ਗੱਲ ਤਾਂ ਇਹੀ ਹੈ, ਸਮਝ ਲੈਣਾ ਚਾਹੀਦਾ ਕਿ ਜਿੰਨੀ ਦੇਰ ਉਹ ਸਾਨੂੰ ਉੱਥੇ ਜਿਹੜਾ ਮਾਹੌਲ ਹੈ ਉਹ ਇੱਕ ਖੁਸ਼ਗਵਾਰ ਮਾਹੌਲ ਬਣਾਉਣਾ ਪਏਗਾ ਔਰ ਉਹਦੇ ਵਿੱਚ ਤਾਂ ਹੀ ਲੋਕ ਜਾਣਗੇ ਜੇਕਰ ਉੱਥੇ ਉਹਨਾਂ ਨੂੰ ਸਹੀ ਮਾਹੌਲ ਮਿਲੇਗਾ। ਜੇਕਰ ਇਦਾਂ ਦਾ ਮਾਹੌਲ ਸਿਰਜਿਆ ਗਿਆ, ਇੱਕ ਡਰ ਦਾ ਮਾਹੌਲ ਸਿਰਜਿਆ ਜਾਂਦਾ ਹੈ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਉੱਥੇ ਜਿਹੜੀ ਗਿਣਤੀ ਹੈ ਵੱਖ-ਵੱਖ ਕਿਸਾਨਾਂ ਦੀ ਜਾਂ ਹੋਰ ਵਰਗਾਂ ਦੀ ਤਾਂ ਉਹ ਘਟ ਸਕਦੀ ਹੈ। ਸੋ ਇਹਦੇ ਨਾਲ ਮੋਰਚੇ ਦੇ ਉੱਤੇ ਕਾਫੀ ਵੱਡਾ ਅਸਰ ਪੈ ਸਕਦਾ ਹੈ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਭੰਗੂ ਸਾਹਿਬ। ਜੀ ਬਿਲਕੁਲ ਡਾਕਟਰ ਸਾਹਿਬ। ਡਾਕਟਰ ਸਾਹਿਬ ਸਮਝੀਏ ਕੀ ਨੁਕਸਾਨ ਹਰ ਪਾਸੇ ਤੋਂ ਪੰਜਾਬ ਦਾ ਹੀ ਹੋ ਰਿਹਾ। ਜੋ ਕਿਸਾਨੀ ਅੰਦੋਲਨ ਦੀ ਆਪਾਂ ਗੱਲ ਕਰੀਏ, ਕਿੰਨੀਆਂ ਜਾਨਾਂ ਚਲੀ ਗਈਆਂ ਇਸ ਅੰਦੋਲਨ ਦੇ ਵਿੱਚ ਤੇ ਹਜੇ ਵੀ ਬੀਜੇਪੀ ਸਰਕਾਰ ਉੱਥੇ ਹੀ ਖੜੀ ਹੈ। ਬੇਸ਼ੱਕ ਬੀਜੇਪੀ ਸਰਕਾਰ ਖੁਸ਼ ਹੁੰਦੀ ਹੋਊਗੀ ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ। ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਸਰਕਾਰ ਕੋਈ ਚੰਗਾ ਕਦਮ ਚੁੱਕੂਗੀ, ਕੋਈ ਜਾਂਚ ਪ੍ਰਤੀ ਕੋਈ ਇਹੋ ਜਿਹੇ ਕੋਈ ਕਦਮ ਚੁੱਕੂਗੀ ਜਿਹਦੇ ਨਾਲ ਕੋਈ ਸੱਚ ਸਾਹਮਣੇ ਆ ਸਕੇ? ਬੀਜੇਪੀ ਸਰਕਾਰ ਤਾਂ ਆਪ ਛੁਪਾਊਗੀ ਨਾ, ਬੀਜੇਪੀ ਸਰਕਾਰ ਤਾਂ ਆਪ ਦਖਲਅੰਦਾਜ਼ੀ ਕਰੂਗੀ ਇਹਨਾਂ ਕੰਮਾਂ ਦੇ ਵਿੱਚ। ਦੇਖੋ, ਇਹੀ ਮੈਂ ਕਹਿ ਰਿਹਾ ਕਿ ਜੇਕਰ ਬੀਜੇਪੀ ਇਦਾਂ ਦੀਆਂ ਘਟਨਾਵਾਂ ਦੇ ਉੱਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕਰਦੀ ਤਾਂ ਲਾਜ਼ਮੀ ਤੌਰ ਤੇ ਲੋਕ ਜਿਹੜੇ ਨੇ ਲੋਕ ਜ਼ਰੂਰ ਇਹਦਾ ਜਿਹੜਾ ਹੈਗਾ ਅਗਲੇ ਦਿਨਾਂ ਦੇ ਵਿੱਚ, ਕਿਉਂਕਿ 22 ਦੇ ਵਿੱਚ ਲਗਭਗ 7 ਸਟੇਟਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਆਪਾਂ ਸਾਰੇ ਜਾਣਦੇ ਹਾਂ। ਔਰ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਯੂਪੀ ਦੇ ਵਿੱਚ ਜਿੱਥੇ ਕਿ ਬੀਜੇਪੀ ਨੂੰ ਬੜੀ ਵੱਡੀ ਉਮੀਦ ਹੈ ਕਿ ਇੱਥੇ ਅਸੀਂ ਦੁਬਾਰਾ ਸੱਤਾ 'ਚ ਆ ਜਾਵਾਂਗੇ, ਤਾਂ ਲੋਕ ਜਿਹੜੇ ਨੇ ਜ਼ਰੂਰ ਖਾਸ ਤੌਰ ਤੇ ਕਿਸਾਨ ਜਾਂ ਹੋਰ ਗਰੀਬ ਮਜ਼ਦੂਰ ਲੋਕ ਜਿਹੜੇ ਨੇ ਉਹ ਬੀਜੇਪੀ ਤੋਂ ਇਦਾਂ ਦੀਆਂ ਜੇਕਰ ਉਹ ਚੀਜ਼ਾਂ ਨਹੀਂ ਕਰਦੀ, ਜੇਕਰ ਕਾਨੂੰਨ ਦਾ ਰਾਜ ਸਥਾਪਿਤ ਨਹੀਂ ਕਰਦੀ ਤਾਂ ਲਾਜ਼ਮੀ ਤੌਰ ਤੇ ਉਹ ਐਂਟੀ ਬੀਜੇਪੀ ਭੁਗਤ ਸਕਦੇ ਆ। ਸੋ ਉਹਦਾ ਨੁਕਸਾਨ ਵੱਖ-ਵੱਖ ਸਟੇਟਾਂ ਦੇ ਵਿੱਚ, ਚਾਹੇ ਉਹ ਪੰਜਾਬ ਦੀ ਗੱਲ ਕਰਦੇ ਆ, ਹਰਿਆਣੇ ਦੀ ਗੱਲ ਕਰੀਏ, ਉੱਤਰਾਖੰਡ ਦੀ ਗੱਲ ਕਰੀਏ, ਯੂਪੀ ਦੀ ਗੱਲ ਕਰੀਏ ਜਾਂ ਇਸੇ ਤਰ੍ਹਾਂ ਜਿਹੜੀਆਂ ਵੱਖ-ਵੱਖ ਸਟੇਟਾਂ, ਇੱਥੋਂ ਤੱਕ ਕਿ ਗੁਜਰਾਤ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਆਪਣੇ ਬਿਲਕੁਲ ਨਾਲ ਦੇ ਵਾਲੇ ਜਿਹੜਾ ਹੈਗਾ ਸਟੇਟ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅਗਲੇ ਸਾਲ ਦੇ ਵਿੱਚ ਚੋਣਾਂ ਹੋਣੀਆਂ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜੇਕਰ ਬੀਜੇਪੀ ਇਸ ਕੰਮ ਨੂੰ ਸੀਰੀਅਸਲੀ ਨਹੀਂ ਲਏਗੀ ਤਾਂ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾ ਹੈਗਾ ਘਰ ਬਿਠਾ ਸਕਦੇ ਨੇ, ਉਹਨਾਂ ਨੂੰ ਵੋਟਾਂ ਨਹੀਂ ਪਾਉਣਗੇ। ਉਹਨਾਂ ਨੂੰ ਵੋਟਾਂ ਤਾਂ ਹੀ ਮਿਲਣਗੀਆਂ ਜੇਕਰ ਉਹ ਸਹੀ ਤਰੀਕੇ ਦੇ ਨਾਲ ਇਦਾਂ ਦੀਆਂ ਘਟਨਾਵਾਂ ਦੀ ਜਿਹੜੀ ਹੈਗੀ ਹੈ ਜਾਂਚ ਕਰੇਗੀ ਔਰ ਸਹੀ ਤਰੀਕੇ ਨਾਲ ਲੋਕਾਂ ਦੇ ਸੰਘਰਸ਼ ਨੂੰ, ਸ਼ਾਂਤਮਈ ਸੰਘਰਸ਼ ਨੂੰ ਨਾ ਦਬਾ ਕੇ ਉਹਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਔਰ 3 ਕਾਲੇ ਕਾਨੂੰਨ ਵਾਪਸ ਕੀਤੇ ਜਾਣਗੇ ਔਰ ਨਵਾਂ MSP ਵਾਲਾ ਕਾਨੂੰਨ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਏਗਾ।
ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਲੋੜ ਹੈ ਬੀਜੇਪੀ ਸਰਕਾਰ ਨੂੰ ਕਿ ਉਹ ਕਾਨੂੰਨ ਦਾ ਰਾਜ ਸਥਾਪਿਤ ਕਰੇ। ਲਖੀਮਪੁਰ ਵਾਲੀ ਘਟਨਾ ਤੋਂ ਬਾਅਦ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਸਰਕਾਰਾਂ ਤੋਂ ਉੱਠਦਾ ਨਜ਼ਰ ਆਇਆ। ਆਪਾਂ ਨੇ ਦੇਖਿਆ ਹੈ ਕਿ ਕਿਵੇਂ ਉਸ ਘਟਨਾ ਦੇ ਰਾਹੀਂ ਕਿਸਾਨਾਂ ਨੂੰ ਔਰ ਨੌਜਵਾਨਾਂ ਨੂੰ, ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਕੁਚਲ ਦਿੱਤਾ ਗਿਆ ਔਰ ਜਿਵੇਂ ਉੱਥੇ ਅਰਾਜਕਤਾ ਫੈਲਾਈ ਗਈ। ਉੱਥੋਂ ਹੀ ਲੱਗਦਾ ਹੈ ਕਿ ਬੀਜੇਪੀ ਦੇ ਪੈਰ ਉਖੜ ਚੁੱਕੇ ਨੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਔਰ ਆਪਣੇ ਪੈਰ ਤੇ ਉਹ ਆਪ ਕੁਹਾੜਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਬੀਜੇਪੀ ਜਾਣ-ਬੁੱਝ ਕੇ ਇਦਾਂ ਦੀਆਂ ਘਟਨਾਵਾਂ ਕਰਾ ਰਹੀ ਹੈ ਔਰ ਇਹਦੇ ਵਿੱਚ ਏਜੰਸੀਆਂ ਦਾ ਜਿਹੜਾ ਰੋਲ ਹੈ, ਬੀਜੇਪੀ ਦੀਆਂ ਏਜੰਸੀਆਂ ਦਾ, ਉਹ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਉਹਨਾਂ ਨੂੰ ਲੋਕਾਂ ਨੂੰ ਇਦਾਂ ਧਾਰਮਿਕ ਮੁੱਦਿਆਂ ਦੇ ਉੱਤੇ ਲੜਾ ਕੇ ਜਿਹੜਾ ਹੈਗਾ ਵੰਡਣ ਦੀ ਲੋੜ ਨਹੀਂ ਹੈ। ਸਗੋਂ ਮੈਨੂੰ ਲੱਗਦਾ ਹੈ ਕਿ ਇਦਾਂ ਦੀਆਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਪੰਗੂ ਸਾਹਿਬ, ਡਾਕਟਰ ਸਾਹਿਬ, ਲਖੀਮਪੁਰ ਘਟਨਾ ਦੇ ਉੱਤੇ ਤੇ ਕਿਸਾਨੀ ਅੰਦੋਲਨ ਦੇ ਉੱਤੇ ਇਸ ਪੂਰੀ ਘਟਨਾ ਦਾ ਕੀ ਅਸਰ ਰਹੂਗਾ? ਦੇਖੋ, ਇਸ ਘਟਨਾ ਦਾ ਉੱਤੇ ਅਸਰ ਇਹੀ ਰਹਿਣਾ ਹੈ ਕਿ ਜਿਵੇਂ ਲਖੀਮਪੁਰ ਘਟਨਾ ਦੇ ਵਿੱਚ ਆਪਾਂ ਨੂੰ ਪਤਾ ਕਿ ਅੱਜ ਤੱਕ ਜਿਹੜੇ ਉਸ ਲੜਕੇ ਦੇ ਪਿਤਾ ਨੇ, ਜਿਹੜਾ ਗੁਨਾਹਗਾਰ ਹੈ ਵੱਡਾ, ਉਹਨਾਂ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ। ਆਪਾਂ ਨੂੰ ਪਤਾ ਕਿ ਸੱਤਾ ਦਾ ਹੰਕਾਰ ਉੱਥੇ ਬੋਲ ਰਿਹਾ ਹੈ। ਇੱਥੇ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਇਹੀ ਹੰਕਾਰ ਜਿਹੜਾ ਹੈਗਾ ਇਸ ਵੇਲੇ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਬੋਲ ਸਕਦਾ ਹੈ। ਜਿਸ ਕਿਸਮ ਦੀ ਜਾਂਚ ਬੀਜੇਪੀ ਨੂੰ ਸੂਟ ਕਰੇਗੀ, ਹੋ ਸਕਦਾ ਹੈ ਕਿ ਉਸ ਕਿਸਮ ਦੀ ਉਹ ਜਾਂਚ ਸਾਹਮਣੇ ਲਿਆਵੇ। ਪਰ ਮੈਂ ਫੇਰ ਕਹਾਂਗਾ ਕਿ ਜੇਕਰ ਉਹ ਇਹ ਕਰਦੀ ਹੈ, ਜੇਕਰ ਜਾਂਚ ਦੇ ਵਿੱਚ ਕੁਝ ਲੁਕਾਉਣ ਦੀ, ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਇੱਧਰ ਉੱਧਰ ਮੋੜਨ ਦੀ ਕੋਸ਼ਿਸ਼ ਕਰੇਗੀ, ਤਾਂ ਇਹਦੇ ਨਾਲ ਬੀਜੇਪੀ ਦਾ ਹੀ ਨੁਕਸਾਨ ਹੋਏਗਾ। ਇਹਦੇ ਨਾਲ ਕੋਈ ਲੋਕਾਂ ਦਾ ਜਿਹੜਾ ਹੈਗਾ, ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਜਾਂ ਆਮ ਲੋਕਾਂ ਦਾ, ਦੁਕਾਨਦਾਰਾਂ ਦਾ, ਵਪਾਰੀਆਂ ਦਾ ਜਿਹੜਾ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ 22 ਦੇ ਵਿੱਚ ਉਹ ਜ਼ਰੂਰ ਨਿਤਾਰਾ ਕਰਨਗੇ। ਔਰ ਇਹ ਗੱਲ ਜਿਹੜੀ ਹੈਗੀ ਹੈ, ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇੱਕਾ ਦੁੱਕਾ ਚ, ਮੈਨੂੰ ਲੱਗਦਾ ਕਿ ਪਿਛਲੇ ਸਾਲ ਦੀਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ, ਜੋ ਆਪਾਂ ਗੜਾਈਆਂ ਨੇ, ਜਾਂ ਅਗਲੇ 4-5 ਮਹੀਨਿਆਂ ਦੇ ਵਿੱਚ ਹੋਰ ਜਿਹੜੀਆਂ ਨਵੀਆਂ ਘਟਨਾਵਾਂ ਵਾਪਰਨਗੀਆਂ, ਉਹਦਾ ਨਤੀਜਾ ਜਿਹੜਾ ਇਹੀ ਹੋਏਗਾ ਕਿ ਬੀਜੇਪੀ ਦੇ ਜਿਹੜੇ ਹੈਗੇ ਅਗਲੀਆਂ ਚੋਣਾਂ ਪੰਜਾਬ ਦੇ ਵਿੱਚ ਹੋਣ ਜਾਂ ਬਾਕੀ ਸਟੇਟਾਂ ਦੇ ਵਿੱਚ, ਉਹਨਾਂ ਦੇ ਉੱਤੇ ਕਾਫੀ ਡੂੰਘਾ ਅਸਰ ਪਏਗਾ ਔਰ ਇਸ ਘਟਨਾ ਦੇ ਉੱਤੇ ਵੀ ਜਿਹੜਾ ਹੈਗਾ ਡੂੰਘਾ ਅਸਰ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪੰਗੂ ਸਾਹਿਬ ਜੀ, ਅਸਲ ਦੇ ਵਿੱਚ ਡਾਕਟਰ ਸਾਹਿਬ, ਜਿਹੜਾ ਇਹ ਸਿਨੈਰੀਓ ਬਣਿਆ ਹੋਇਆ ਨਾ, ਇਹ ਕਿਸਾਨੀ ਅੰਦੋਲਨ ਦੀ, ਜੋ ਜਿਵੇਂ ਮੈਂ ਭੂਮਿਕਾ 'ਚ ਓਪਨਿੰਗ 'ਚ ਜ਼ਿਕਰ ਕੀਤਾ ਸੀ ਕਿ 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਬਾਬਾ ਰਾਮ ਸਿੰਘ ਦਾ ਖੁਦਕੁਸ਼ੀ ਕਰਨਾ ਹੋ ਗਿਆ, ਖੁਦ ਨੂੰ ਗੋਲੀ ਮਾਰ ਕੇ। ਉਸ ਤੋਂ ਹੋਰ ਇੱਕ ਦੋ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਗਈ ਅਹਿਮ ਘਟਨਾਵਾਂ। ਅਸਲ ਦੇ ਵਿੱਚ ਇਹਨਾਂ ਜੋ ਘਟਨਾਵਾਂ ਨੇ, ਇਹ ਜਾਣ ਦੀਆਂ ਘਟਨਾਵਾਂ ਨੇ। ਭਾਵੇਂ ਉਸ ਨੂੰ ਅੱਜ ਦਾ ਜੋ ਘਟਨਾਕ੍ਰਮ ਹੋ ਗਿਆ, ਇਸ ਦੀ ਗੱਲ ਹੋਊਗੀ, ਇਸ ਤੋਂ ਪਹਿਲਾਂ ਜੋ ਪਹਿਲਾਂ ਦੀਆਂ ਖੁਦਕੁਸ਼ੀਆਂ ਦਾ ਗੱਲ ਹੋ ਗਿਆ। ਕੀ ਲੱਗਦਾ ਕਿ ਜੋ ਇਹ ਪੂਰਾ ਵਰਤਾਰਾ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਵਿੱਚ ਹੀ ਵਾਪਰ ਰਿਹਾ? ਸਵਾਲ ਫਿਰ ਉਹ ਉੱਥੇ ਹੀ ਘੁੰਮ ਕੇ ਆ ਜਾਂਦਾ ਕਿ ਅਸਲ ਦੇ ਪਿੱਛੇ ਮੂਲ ਜੜ ਕਾਰਨ ਕੀ ਹੈ? ਸਾਜ਼ਿਸ਼ਾਂ ਨੇ, ਹਕੂਮਤਾਂ ਨੇ? ਅਸਲ ਦੇ ਵਿੱਚ ਜੇਕਰ ਪਿੱਛੇ ਹੈਗੀਆਂ ਨੇ, ਤਾਂ ਫਿਰ ਜੋ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਨੇ, ਉਹਨਾਂ ਤਾਕਤਾਂ ਦੇ ਜੋ ਫੇਸ ਨੇ, ਉਹਨਾਂ ਤਾਕਤਾਂ ਦੀਆਂ ਸ਼ਕਲਾਂ ਨੇ, ਉਹ ਫਿਰ ਨੰਗੀਆਂ ਕਿਵੇਂ ਹੋਣਗੀਆਂ? ਦੇਖੋ, ਨੰਗੀਆਂ ਤਾਂ ਬਹੁਤ ਘੱਟ ਸੰਭਾਵਨਾਵਾਂ ਹੈ ਔਰ ਲੋਕ ਹੀ ਨੰਗੀਆਂ ਕਰ ਸਕਦੇ ਆ ਇਹਨਾਂ ਘਟਨਾਵਾਂ ਨੂੰ, ਕਿਉਂਕਿ ਲੋਕਾਂ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਸੰਘਰਸ਼ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਲੋਕਾਂ ਦੀ ਏਕਤਾ ਔਰ ਲੋਕਾਂ ਦਾ ਸੰਘਰਸ਼, ਇਹੀ ਜਿਹੜੀਆਂ ਚੀਜ਼ਾਂ ਨੇ, ਦੋ ਚੀਜ਼ਾਂ ਨੇ ਜਿਹਦੇ ਮਿਲ ਕੇ ਇਦਾਂ ਦੀਆਂ ਜਿਹੜੇ ਲੋਕ ਨੇ ਉਹਨਾਂ ਨੂੰ, ਆਪਾਂ ਨੇ ਵੀ ਦੇਖਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਖੀਮਪੁਰ ਵਾਲੀ ਘਟਨਾ ਵਾਪਰਦੀ ਹੈ, ਤਾਂ ਉਦੋਂ ਗੋਦੀ ਮੀਡੀਆ ਨੇ ਲਗਾਤਾਰ ਇਹ ਰੌਲਾ ਪਾਇਆ ਕਿ ਕਿਸਾਨਾਂ ਦੇ ਕਰਕੇ ਸਾਰਾ ਕੁਝ ਵਾਪਰਿਆ ਹੈ। ਔਰ ਜਦੋਂ ਸੋਸ਼ਲ ਮੀਡੀਆ ਤੇ ਸਾਰੀਆਂ ਚੀਜ਼ਾਂ ਸਾਂਝੀਆਂ ਹੋਈਆਂ ਔਰ ਸਾਰੀ ਬਾਜ਼ੀ ਪਲਟ ਦਿੱਤੀ ਗਈ, ਯਾਨੀ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਗਿਆ। ਇਸੇ ਤਰ੍ਹਾਂ ਇਹੀ ਇਦਾਂ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ, ਤਾਂ ਇਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਔਰ ਸੋਸ਼ਲ ਮੀਡੀਆ ਦਾ ਮਤਲਬ ਹੈ ਲੋਕ ਜਿਹੜੇ ਨੇ ਉਹ ਸਾਰਾ ਕੁਝ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਰੱਖ ਦਿੰਦੇ ਆ। ਸੋ ਇਸ ਕਰਕੇ ਜਿਹੜੀ ਵੀ ਇਹਦੇ ਪਿੱਛੇ ਸਾਜ਼ਿਸ਼ ਹੋਏਗੀ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੋਕ ਜਿਹੜੇ ਨੇ ਉਹਨੂੰ ਐਕਸਪੋਜ਼ ਕਰਨਗੇ ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਗੇ ਆਪਣੇ ਤੌਰ ਤੇ। ਪਰ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਅਸਲੀ ਨਤੀਜਾ ਕੀ ਨਿਕਲਣਾ ਇਦਾਂ ਦੀਆਂ ਘਟਨਾਵਾਂ ਦਾ, ਜਦੋਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਨੇ ਔਰ ਆਪਣੇ ਲੋਕਾਂ ਨੂੰ, ਲੋਕਤੰਤਰ ਦੇ ਵਿੱਚ ਲੋਕਾਂ ਨੂੰ ਡਰਾ ਕੇ, ਧਮਕਾ ਕੇ, ਲੜਾ ਕੇ ਔਰ ਖਤਮ ਕਰਕੇ, ਉਹਨਾਂ ਦੇ ਉੱਤੇ ਗੱਡੀਆਂ ਚੜਾ ਕੇ
ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਤਾਂ ਇਹਦਾ ਨਤੀਜਾ ਵੋਟਾਂ ਦੇ ਵਿੱਚ ਹੀ ਸਾਹਮਣੇ ਆਉਂਦਾ ਹੈ। ਬਹੁਤ ਸਾਰੀਆਂ ਸਾਡੇ ਕੋਲ ਹੁਣ ਤੱਕ ਦੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਜਦੋਂ ਲੋਕਾਂ ਦੇ ਉੱਤੇ ਇਦਾਂ ਦੇ ਸਾਜ਼ਿਸ਼ਾਂ ਕੀਤੀਆਂ ਗਈਆਂ ਨੇ, ਤਾਂ ਲੋਕਾਂ ਨੇ ਉਹਨਾਂ ਦਾ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਵੀ ਦਿੱਤਾ ਹੈ। ਤੁਸੀਂ 1919 ਤੋਂ ਬਾਅਦ ਆਪਾਂ ਘਟਨਾਵਾਂ ਦੇਖੋ, ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ ਹੈ, ਉਸ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਔਰ ਅਖੀਰ ਨੂੰ ਕੀ ਹੁੰਦਾ ਕਿ 47 ਦੇ ਵਿੱਚ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪੈਂਦਾ ਹੈ। ਸੋ ਇਸ ਤੋਂ ਬਾਅਦ ਤੁਸੀਂ ਦੇਖੋਗੇ ਜਦੋਂ ਵੀ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਹੋਣ, ਚਾਹੇ ਬੀਜੇਪੀ ਦੀਆਂ ਸੈਂਟਰ ਦੀਆਂ ਸਰਕਾਰਾਂ ਹੋਣ, ਜਦੋਂ ਜਦੋਂ ਉਹਨਾਂ ਨੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਸਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨਾਂ ਨੇ ਜਿਹੜਾ ਹੈਗਾ ਮੋਰਚੇ ਲਾਏ ਨੇ ਔਰ ਸੰਘਰਸ਼ ਜਿੱਤੇ ਨੇ। ਸੋ ਇਹੀ ਨਤੀਜਾ ਇਸ ਦਾ ਵੀ ਹੋਏਗਾ। ਇਸ ਅੰਦੋਲਨ ਨੂੰ ਜੇਕਰ ਇਦਾਂ ਦੀਆਂ ਘਟਨਾਵਾਂ ਦੇ ਰਾਹੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਤਾਂ ਲਾਜ਼ਮੀ ਤੌਰ ਤੇ ਲੋਕ ਇਸ ਵੇਲੇ ਚੇਤਨ ਹੋ ਚੁੱਕੇ ਨੇ। ਲੋਕ ਜਿਹੜੇ ਨੇ, ਲੋਕਾਂ ਨੂੰ ਤੁਸੀਂ ਇਦਾਂ ਡਰਾ ਕੇ, ਧਮਕਾ ਕੇ ਜਾਂ ਸਾਜ਼ਿਸ਼ਾਂ ਦੇ ਰਾਹੀਂ ਤੁਸੀਂ ਖਤਮ ਨਹੀਂ ਕਰ ਸਕਦੇ। ਔਰ ਮੈਂ ਫੇਰ ਕਹਾਂਗਾ ਕਿ ਇਸ ਵੇਲੇ ਬਹੁਤ ਲੋੜ ਹੈ ਕਿ ਅਸੀਂ ਇਸ ਸ਼ਾਂਤਮਈ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ, ਹੋਰ ਤਕੜੇ ਢੰਗ ਦੇ ਨਾਲ ਅਸੀਂ ਅੱਗੇ ਆਈਏ, ਤਾਂ ਕਿ ਇਹ ਅੰਦੋਲਨ ਜਿਹੜਾ ਹੈਗਾ ਅਗਲੀਆਂ ਚੋਣਾਂ ਤੱਕ ਜਿੱਤਿਆ ਜਾ ਸਕੇ। ਸੋ ਇਹੀ ਸੰਭਾਵਨਾਵਾਂ ਲੱਗਦੀਆਂ ਨੇ ਕਿ ਲੋਕ ਜਿਹੜੇ ਨੇ ਉਹ ਵੱਡਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕਦੇ ਆ। ਭੰਗੂ ਸਾਹਿਬ ਜੀ ਬਿਲਕੁਲ, ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਲੋਕ ਕੋਈ ਵੱਡਾ ਫੈਸਲਾ ਕਰ ਸਕਦੇ ਨੇ, ਤੇ ਖਾਸ ਕਰਕੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਜੋ ਇਹ ਘਟਨਾਵਾਂ ਵਾਪਰਦੀਆਂ ਨੇ, ਇਹਨਾਂ ਦੇ ਪਿੱਛੇ ਅਸਲ ਕਾਰਨ ਕੀ ਹੁੰਦੇ ਨੇ, ਕਿਹੜੀ ਘਟਨਾ ਕਿਸ ਕੜੀ ਦੇ ਨਾਲ ਜਾ ਕੇ ਜੁੜਦੀ ਹੈ, ਕਿੱਥੋਂ ਫਾਇਦਾ ਹੁੰਦਾ ਅੰਦੋਲਨ ਨੂੰ, ਕਿੱਥੇ ਨਫਾ ਹੁੰਦਾ, ਨੁਕਸਾਨ ਹੁੰਦਾ ਅੰਦੋਲਨ ਦਾ। ਇਹ ਸਭ ਗੱਲਾਂ ਲੋਕਾਂ ਨੂੰ ਸਮਝਣ ਦੀ, ਸੋਚ ਵਿਚਾਰਨ ਦੀ, ਕਰਨ ਦੀ ਬਿਲਕੁਲ ਲੋੜ ਹੈ। ਤੁਹਾਡੀ ਬਿਲਕੁਲ ਸਿਆਣੀ ਗੱਲ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਤੇ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਜੋ ਉੱਥੇ ਇਹ ਵਰਤਾਰਾ ਵਾਪਰਿਆ, ਜੋ ਸਿੰਘੂ ਬਾਰਡਰ ਦੀ ਮੇਨ ਸਟੇਜ ਹੈ ਉਸ ਦੇ ਨੇੜੇ ਜੋ ਇਹ ਘਟਨਾਕ੍ਰਮ ਵਾਪਰਿਆ, ਇਸ ਘਟਨਾਕ੍ਰਮ ਤੇ ਖੁੱਲ੍ਹ ਕੇ ਡਾਕਟਰ ਸਾਹਿਬ ਨੇ ਆਪਣੇ ਇਹ ਵਿਚਾਰ ਰੱਖੇ। ਇਸ ਮਸਲੇ ਦੇ ਵਿੱਚ ਦੇਖਣ ਵਾਲਾ ਹੋਊਗਾ ਕਿ ਅੱਗੇ ਕਿਹੜੀਆਂ ਪਰਤਾਂ ਖੁੱਲ੍ਹਦੀਆਂ ਨੇ, ਕਿ ਕਿਤੇ ਜਾ ਕੇ ਜੁੜਦੀ ਹੈ ਇਹ ਗੱਲ। ਹਾਲਾਂਕਿ ਜੋ ਕੱਲ੍ਹ ਸਾਰਾ ਦਿਨ ਦੇ ਵਿੱਚ ਵਾਪਰਿਆ ਉਹ ਅਸੀਂ ਸਭ ਦੇਖ ਚੁੱਕੇ ਹਾਂ ਕਿ ਕਿਵੇਂ ਕਿਵੇਂ ਕਿੱਥੇ ਕਿੱਥੇ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਗੱਲ ਰੱਖੀ। ਉਹ ਨਿਹੰਗ ਸਿੰਘ ਸੀ ਜੋ ਉਹ ਸਾਹਮਣੇ ਆਏ, ਉਹਨਾਂ ਦਾ ਪਰਿਵਾਰ ਸਾਹਮਣੇ ਆਇਆ, ਉਸ ਵਿਅਕਤੀ ਜਿਹਦਾ ਕਤਲ ਕੀਤਾ ਗਿਆ, ਜਿਹਨੂੰ ਨਿਹੰਗਾਂ ਅਨੁਸਾਰ ਸੋਧਾ ਲਾਇਆ ਗਿਆ, ਜਿਸ ਵਿਅਕਤੀ ਨੂੰ, ਉਸਦਾ ਪਰਿਵਾਰ ਸਾਹਮਣੇ ਆਇਆ। ਇਸ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਕੀ ਖੁਲਾਸੇ ਹੁੰਦੇ ਨੇ, ਇਹਦੀਆਂ ਤਾਰਾਂ ਕਿਤੇ ਜਾ ਕੇ ਜੁੜਦੀਆਂ ਨੇ, ਜਾਂ ਫਿਰ ਇਹ ਮੁੱਦਾ ਇੱਥੇ ਹੀ ਦਬ ਜਾਂਦਾ, ਸਿਰਫ ਇੰਨਾ ਕੀ ਸੀ ਜਾਂ ਫਿਰ ਵੱਡਾ ਸੀ। ਇਸ ਮਸਲੇ ਤੇ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।